ਲਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਅੰਦਰ ਹਰ ਕੋਈ ਮਨੁੱਖ ਕੁਝ ਨਾ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ, ਕੁਝ ਹਾਸਲ ਕਰਨਾ ਚਾਹੁੰਦਾ ਹੈ, ਪਰ ਕੋਈ ਵਿਰਲਾ ਹੈ ਜਿਹੜਾ ਦੇਣ ਦੀ ਬਿਰਤੀ ਰੱਖਦਾ ਹੈ। ਪ੍ਰਾਪਤ ਤੇ ਹਰ ਕੋਈ ਕਰਨਾ ਚਾਹੁੰਦਾ ਹੈ, ਲੈਣਾ ਤੇ ਹਰ ਕੋਈ ਜਾਣਦਾ ਹੈ, ਪਰ ਕੁਝ ਦੇਣਾ ਕਿਸੇ ਨੂੰ ਉਹ ਕੋਈ ਵਿਰਲਾ ਹੀ ਹੁੰਦਾ ਹੈ। ਲੈਣ ਦੀ ਚਾਹਤ ਹਰ ਕੋਈ ਰੱਖਦਾ ਹੈ, ਮੈਨੂੰ ਆ ਵੀ ਹਾਸਲ ਹੋ ਜਾਵੇ, ਆ ਵੀ ਮਿਲ ਜਾਵੇ, ਆ ਵੀ ਪ੍ਰਾਪਤ ਹੋ ਜਾਵੇ, ਪਰ ਦੇਣ ਵਾਲੀ ਬਿਰਤੀ ਜਿਹੜੀ ਹੈ ਉਹ ਕਿਸੇ ਸੰਤੋਖੀ ਮਨੁੱਖ ਦੇ ਹਿੱਸੇ ਵਿੱਚ ਹੀ ਹੁੰਦੀ ਹੈ। ਕਿਸੇ ਮਨੁੱਖ ਦੇ ਜੀਵਨ ਵਿੱਚ ਸੰਤੋਖ ਹੋਵੇ, ਸਬਰ ਹੋਵੇ, ਉਹੀ ਮਨੁੱਖ ਕਿਸੇ ਨੂੰ ਕੁਛ ਵੰਡ ਸਕਦਾ ਹੈ, ਕੁਛ ਦੇ ਸਕਦਾ ਹੈ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੀ ਆਪਾਂ ਗੱਲ ਕਰਦੇ ਹਾਂ ਤੇ ਉਹਨਾਂ ਦੇ ਬਚਪਨ ਦਾ ਜਿਹੜਾ ਨਾਮ ਹੈ ਉਹ ਹੈ ਤਿਆਗਮਲ। ਕੇਵਲ ਨਾਮ ਦੇ ਤਿਆਗਮਲ ਨਹੀਂ, ਕਈ ਵਾਰੀ ਕੀ ਹੁੰਦਾ, ਨਾਮ ਤੇ ਬੜਾ ਵੱਡਾ ਰੱਖਿਆ ਹੁੰਦਾ ਹੈ, ਪਰ ਉਸ ਨਾਮ ਦੇ ਅਨੁਕੂਲ ਗੁਣ ਨਹੀਂ ਹੁੰਦੇ, ਉਹ ਕੁਆਲਿਟੀ ਨਹੀਂ ਹੁੰਦੀ। ਮਨੁੱਖ ਉਸ ਨਾਮ ਦੇ ਅਕੋਰਡਿੰਗ ਉਹਦਾ ਜੀਵਨ ਨਹੀਂ ਹੁੰਦਾ। ਨਾਮ ਸ਼ੇਰ ਸਿੰਘ ਹੈ ਪਰ ਡਰ ਪਰਛਾਵੇਂ ਤੋਂ ਵੀ ਜਾਂਦਾ। ਨਾਮ ਰੱਖਿਆ ਰਾਮ ਸਿੰਘ ਪਰ ਕੰਮ ਉਹਦੇ ਸਾਰੇ ਰਾਵਣ ਵਰਗੇ। ਨਾਮ ਕਿਸੇ ਨੇ ਰੱਖ ਲਿਆ ਪ੍ਰਹਿਲਾਦ, ਕੰਮ ਸਾਰੇ ਹਰਨਾਕਸ਼ ਵਰਗੇ। ਨਾਮ ਤੇ ਬੜਾ ਚੰਗਾ ਰੱਖਿਆ ਪਰ ਉਸ ਨਾਮ ਦੇ ਅਨੁਸਾਰ ਜੀਵਨ ਵਿੱਚ ਗੁਣ ਨਹੀਂ। ਪਰ ਤਿਆਗਮਲ ਜੀ ਜੇ ਨਾਮ ਦੇ ਤਿਆਗਮਲ ਨੇ ਤੇ ਉਹਨਾਂ ਦੇ ਜੀਵਨ ਵਿੱਚ ਤਿਆਗ ਵੀ ਹੈ। ਤੁਲਸੀਦਾਸ ਨੇ ਇੱਕ ਬੜਾ ਪਿਆਰਾ ਦੋਹਾ ਲਿਖਿਆ। ਉਹ ਕਹਿੰਦੇ ਨੇ, ਦੁਨੀਆ ਦੇ ਅੰਦਰ ਔਰਤ ਕਿਸੇ ਬੱਚੇ ਨੂੰ ਜਨਮ ਦੇਵੇ ਤੇ ਉਹਦੇ ਵਿੱਚ 3 ਗੁਣ 3 ਖੂਬੀਆਂ ਹੋਣੀਆਂ ਚਾਹੀਦੀਆਂ ਨੇ। ਉਹ 3 ਖੂਬੀਆਂ ਕਿਹੜੀਆਂ ਨੇ? ਉਹ ਕਹਿੰਦੇ ਵੀ ਇੱਕ ਗੁਣ ਇਹ ਹੋਵੇ, ਜਾਂ ਤੇ ਉਹ ਬਾਲਕ ਦਾਤਾ ਹੋਵੇ, ਕੁਛ ਦੇਣ ਦੀ ਚਾਹਤ ਰੱਖਦਾ ਹੋਵੇ, ਵੰਡਣ ਦੀ ਚਾਹਤ ਰੱਖਦਾ ਹੋਵੇ। ਦੂਸਰਾ, ਜਾਂ ਕੋਈ ਭਗਤ ਹੋਵੇ, ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ ਹੋਵੇ। ਜਾਂ ਤੀਸਰਾ ਫਿਰ ਉਹ ਸੂਰਮਾ ਯੋਧਾ ਹੋਵੇ, ਜਿਹੜਾ ਧਰਮ ਦੇਸ਼ ਕੌਮ ਲਈ ਲੜਦਾ ਹੋਵੇ, ਜਿਹੜਾ ਮਜ਼ਲੂਮ ਦੀ ਰੱਖਿਆ ਲਈ ਲੜਦਾ ਹੋਵੇ, ਉਹ ਸੂਰਮਾ ਯੋਧਾ ਹੋਵੇ। ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਹੇ, ਕਾਹੇ ਗਵਾਏ ਨੂਰ। ਫਿਰ ਉਹ ਆਪਣਾ ਜੋਬਨ, ਆਪਣਾ ਨੂਰ ਕਿਉਂ ਗਵਾਉਂਦੀ ਹੈ? ਜੇ ਉਹ ਕਿਸੇ ਬਾਲਕ ਨੂੰ ਜਨਮ ਦੇ ਕੇ ਉਸ ਅੰਦਰ ਇਹ 3 ਗੁਣ ਪੈਦਾ ਨਾ ਕਰ ਸਕੇ। ਜਦੋਂ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਖਸੀਅਤ ਵੱਲ ਵੇਖਦਾ ਤੇ 3 ਗੁਣ ਮੈਨੂੰ ਉਹਨਾਂ ਦੇ ਜੀਵਨ ਵਿੱਚ ਨਜ਼ਰ ਆਉਂਦੇ ਨੇ। ਕਿਸੇ ਵਿੱਚ ਹੋ ਸਕਦਾ ਹੈ ਕੋਈ 1 ਗੁਣ ਹੋਵੇ, 2 ਹੋਣ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਣਾਂ ਦਾ ਸਾਗਰ ਨੇ। ਨਾਮ ਤਿਆਗਮਲ ਹੈ, ਚਾਹਤ ਹੈ ਤਿਆਗ ਦੀ। ਕੁਛ ਦੇਣਾ ਜਾਣਦੇ ਨੇ, ਕੁਝ ਵੰਡਣਾ ਜਾਣਦੇ ਨੇ। ਉਹ ਦਾਤੇ ਵੀ ਬਾ ਕਮਾਲ ਦੇ ਨੇ। ਬਚਪਨ ਦੇ ਵਿੱਚ ਜਦੋਂ ਆਪਣੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ, ਵਿਆਹ ਕਾਰਜ ਸੀ ਨਾ, ਤੇ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਸਨ। ਹੁਣ ਉਸ ਖੁਸ਼ੀ ਦੇ ਵਿੱਚ ਹਰ ਕੋਈ ਸ਼ਾਮਲ ਹੋਣਾ ਚਾਹੁੰਦਾ ਹੈ। ਇੱਕ ਗੱਲ ਯਾਦ ਰੱਖਿਓ, ਜਿਹੜੀ ਗੁਰੂ ਘਰ ਦੀ ਖੁਸ਼ੀ ਹੈ ਨਾ, ਉਹ ਸਾਂਝੀ ਖੁਸ਼ੀ ਹੁੰਦੀ ਹੈ। ਉਹ ਕਿਸੇ ਵਿਸ਼ੇਸ਼ ਸ਼੍ਰੇਣੀ ਦੀ ਜਾਂ ਕਿਸੇ ਅਮੀਰ ਦੀ ਨਹੀਂ ਹੁੰਦੀ। ਉਹ ਗਰੀਬ ਤੇ ਅਮੀਰ ਹਰ ਇੱਕ ਮਨੁੱਖ ਦੀ ਸਾਂਝੀ ਖੁਸ਼ੀ ਹੁੰਦੀ। ਇੱਥੇ ਕੋਈ ਭੇਦ ਭਾਵ, ਇੱਥੇ ਕੋਈ ਵਿਤਕਰਾ ਨਹੀਂ ਹੁੰਦਾ। ਹੁਣ ਸੁਭਾਵਿਕ ਗੱਲ ਹੈ, ਗੁਰੂ ਪੁੱਤਰ ਦਾ ਵਿਆਹ ਸੀ ਤੇ ਇੱਥੇ ਅਮੀਰ ਵੀ ਆਉਣੇ ਸਨ ਤੇ ਗਰੀਬ ਵੀ ਆਉਣੇ ਸਨ। ਇੱਥੇ ਹਰ ਇੱਕ ਮਨੁੱਖ ਨੂੰ ਆਉਣ ਦੀ ਜਿਹੜੀ ਹੈ ਇਜਾਜ਼ਤ ਸੀ। ਵਿਆਹ ਵਾਲਾ ਦਿਨ ਹੈ, ਬਰਾਤ ਲੱਗੀ ਤੁਰਨ। ਹੁਣ ਉਹਨਾਂ ਸਮਿਆਂ ਦੇ ਵਿੱਚ ਘਰ ਦੇ ਵਿੱਚ ਖਾਸ ਪਹਿਲਾਂ ਹੀ ਪ੍ਰਬੰਧ ਕੀਤੇ ਜਾਂਦੇ ਸਨ। ਪੁਸ਼ਾਕਾਂ, ਕੱਪੜੇ ਪਹਿਲਾਂ ਹੀ ਸਵਾ ਲਏ ਜਾਂਦੇ ਸਨ
ਤੇ ਤਿਆਗਮੱਲ ਜੀ ਨੂੰ ਵੀ ਇੱਕ ਸੁੰਦਰ ਪੋਸ਼ਾਕ ਜਿਹੜੀ ਹੈ ਤਿਆਰ ਕਰਕੇ ਦਿੱਤੀ ਸੀ। ਹੁਣ ਜਦੋਂ ਬਰਾਤ ਲੱਗੀ ਤੁਰੰਤ ਤੇ ਲੋਕ ਵੇਖਣ ਵਾਸਤੇ ਆਏ ਵੀ ਗੁਰੂ ਪੁੱਤਰ ਗੁਰੂ ਦੇ ਸਾਹਿਬਜ਼ਾਦੇ ਦਾ ਵਿਆਹ ਹੈ। ਲੋਕ ਵੇਖਣ ਵਾਸਤੇ ਆਏ। ਇੱਕ ਨਿੱਕਾ ਜਿਹਾ ਗਰੀਬ ਬਾਲਕ, ਤਨ ਤੇ ਕੱਪੜੇ ਨਹੀਂ, ਪਰ ਉਹ ਵੀ ਚਾਹੁੰਦਾ ਮੈਂ ਵੀ ਇਹ ਵਿਆਹ ਨੂੰ ਵੇਖਾਂ। ਜਦੋਂ ਅੱਗੇ ਵੱਧ ਕੇ ਆਉਂਦਾ ਲੋਕ ਧੱਕੇ ਮਾਰ ਕੇ ਪਿੱਛੇ ਕਰ ਦਿੰਦੇ ਨੇ। ਸੱਚ ਜਾਣਿਓ, ਗਰੀਬ ਨੂੰ ਧੱਕਾ ਮਾਰਨਾ ਬੜਾ ਸੌਖਾ ਹੈ, ਕਿਸੇ ਨੂੰ ਡੇਗਣਾ ਬੜਾ ਸੌਖਾ ਹੈ, ਪਰ ਕਿਸੇ ਨੂੰ ਉਠਾ ਕੇ ਗਲ ਲਾਉਣਾ ਬੜਾ ਔਖਾ ਹੈ। ਕਿਸੇ ਤੋਂ ਖੋਹ ਲੈਣਾ ਸੌਖਾ ਹੈ, ਪਰ ਕਿਸੇ ਨੂੰ ਦੇਣਾ ਕੁਝ ਇਹ ਬੜਾ ਔਖਾ ਹੈ। ਹੁਣ ਨਿੱਕਾ ਜਿਹਾ ਬਾਲਕ ਹੈ, ਚਾਹੁੰਦਾ ਮੈਂ ਵੀ ਆ ਕੇ ਅੱਗੇ ਵੇਖਾਂ। ਜਦੋਂ ਬਾਲਕ ਅੱਗੇ ਵੱਧਦਾ ਲੋਕ ਧੱਕੇ ਮਾਰ ਕੇ ਪਿੱਛੇ ਕਰ ਦਿੰਦੇ ਨੇ। ਤਿਆਗਮੱਲ ਜੀ ਵੇਖ ਰਹੇ ਨੇ। ਜਦੋਂ ਵੇਖਿਆ ਤੇ ਉਹ ਉਸ ਕੋਲ ਗਏ, ਉਹਦੀ ਬਾਂਹ ਫੜੀ, ਉਹਨੂੰ ਅੱਗੇ ਲੈ ਕੇ ਆਏ। ਆਪਣੀ ਕੀਮਤੀ ਪੋਸ਼ਾਕ ਲਾ ਕੇ ਉਸ ਬਾਲਕ ਨੂੰ ਦੇ ਦਿੱਤੀ। ਵੇਖੋ, ਇੱਕ ਤਿਆਗਮੱਲ ਜੀ ਕੇਵਲ ਨਾਮ ਦੇ ਤਿਆਗ ਨਹੀਂ, ਤਿਆਗ ਦੀ ਭਾਵਨਾ ਵੀ ਇਹ। ਆਪਣੀ ਕੀਮਤੀ ਪੋਸ਼ਾਕ ਲਾਈ ਤੇ ਉਸ ਬਾਲਕ ਨੂੰ ਦੇ ਦਿੱਤੀ, ਨਾਲ ਉਹਨੂੰ ਅੱਗੇ ਕਰ ਲਿਆ। ਹੁਣ ਇਹ ਸਾਰੀ ਘਟਨਾ ਨੂੰ ਬਹੁਤ ਸਾਰੇ ਲੋਕਾਂ ਨੇ ਵੇਖਿਆ। ਆਖਰ ਹੈ ਤੇ ਗੁਰੂ ਦੇ ਸਾਹਿਬਜ਼ਾਦੇ ਨੇ, ਸਾਰਿਆਂ ਤੋਂ ਛੋਟੇ ਸਨ ਤੇ ਸਾਰਿਆਂ ਤੋਂ ਪਿਆਰੇ ਸਨ। ਬੜੀ ਕੋਮਲਤਾ ਇਹਨਾਂ ਦੇ ਮੁਖ ਦੇ ਉੱਤੇ। ਹੁਣ ਜਦੋਂ ਸਾਰਿਆਂ ਨੇ ਵੇਖਿਆ ਤੇ ਸੁਭਾਵਿਕ ਗੱਲ ਸੀ, ਗੁਰੂ ਪਾਤਸ਼ਾਹ ਜੀ ਨੇ ਵੇਖਿਆ। ਇਹਨਾਂ ਚਿਰ ਨੂੰ ਮਾਤਾ ਜੀ ਆਏ ਤੇ ਉਹਨਾਂ ਨੇ ਵੇਖਿਆ ਵੀ ਪੋਸ਼ਾਕ ਆਪਣੀ ਲਾ ਕੇ ਇੱਕ ਗਰੀਬ ਬੱਚੇ ਨੂੰ ਦੇ ਦਿੱਤੀ ਹੈ। ਉਸੇ ਵੇਲੇ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਜਦੋਂ ਆਖਿਆ, ਹਾਲਾਂਕਿ ਪੋਸ਼ਾਕ ਦਾ ਪ੍ਰਬੰਧ ਤੇ ਕਰ ਦਿੱਤਾ, ਪਰ ਨਾਲ ਜਦੋਂ ਬਚਣ ਲੱਗੇ ਆਖਣ ਤੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ, ਜਿਹੜਾ ਕਾਰਜ ਕਰਨ ਵਾਸਤੇ ਇਸ ਦੁਨੀਆ ਵਿੱਚ ਇਹ ਆਏ ਨੇ, ਉਹਦੀ ਸ਼ੁਰੂਆਤ ਇਹਨਾਂ ਨੇ ਹੁਣੇ ਤੋਂ ਕਰ ਦਿੱਤੀ ਹੈ। ਉਹ ਕਾਰਜ ਇਹਨਾਂ ਹੁਣੇ ਤੋਂ ਆਰੰਭ ਕਰ ਦਿੱਤਾ ਹੈ। ਨਿੱਕੀ ਉਮਰ ਦੇ ਵਿੱਚ ਹੀ ਤਿਆਗ ਵਾਲੀ ਭਾਵਨਾ ਸੀ। ਕੋਲ ਬੁਲਾਇਆ ਤਿਆਗਮੱਲ ਜੀ ਨੂੰ। ਪਿਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਉੱਥੇ ਬਚਨ ਕੀਤੇ, ਦੋ ਬੜੇ ਕੀਮਤੀ ਬਚਨ। ਪਹਿਲਾ ਇਹ ਬਚਨ ਕੀਤਾ, ਪੁੱਤਰ ਜ਼ਿੰਦਗੀ ਵਿੱਚ ਕਦੀ ਵੀ ਕੋਈ ਇਸ ਤਰ੍ਹਾਂ ਤੈਨੂੰ ਕੋਈ ਨਜ਼ਰ ਆਵੇ ਮਨੁੱਖ ਵੀ ਤਨ ਤੇ ਕੱਪੜੇ ਨਹੀਂ, ਯਤਨ ਕਰੀ ਉਹਦਾ ਨੰਗੇਜ ਕੱਜ ਦੇਵੀਂ। ਦੂਸਰੀ ਗੱਲ ਉਹਨਾਂ ਹੋਰ ਨਾਲ ਆਖੀ, ਪੁੱਤਰ ਇਹ ਸਰੀਰ ਵੀ ਇੱਕ ਕੱਪੜਾ ਹੈ। ਕਈ ਵਾਰ ਕਿਸੇ ਦੇ ਤਨ ਨੂੰ ਕੱਜਣ ਵਾਸਤੇ ਆਪਣੇ ਇਸ ਤਨ ਰੂਪੀ ਕੱਪੜੇ ਦੀ ਵੀ ਕੁਰਬਾਨੀ ਦੇਣੀ ਪੈਂਦੀ ਹੈ। ਜੇ ਲੋੜ ਪਈ ਤੇ ਆਪਣੇ ਇਸ ਤਨ ਰੂਪੀ ਕੱਪੜੇ ਨੂੰ ਵੀ ਕੁਰਬਾਨ ਕਰ ਦੇਵੀਂ। ਯਾਦ ਰੱਖਣਾ, ਇਹਨਾਂ ਦੋਨਾਂ ਹੀ ਗੱਲਾਂ ਨੂੰ ਤਿਆਗਮੱਲ ਜੀ ਨੇ ਆਪਣੇ ਪੱਲੇ ਨਾਲ ਬੰਨ੍ਹ ਲਿਆ ਸੀ। ਇਹੀ ਕਾਰਨ ਸੀ, ਇੱਕ ਸਮਾਂ ਉਹ ਵੀ ਆਇਆ ਸੀ ਜਦੋਂ ਕਸ਼ਮੀਰੀ ਪੰਡਤ ਚੱਲ ਕੇ ਆਏ ਸਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਤਨ ਰੂਪੀ ਚਾਦਰ ਨੂੰ ਉਹਨਾਂ ਦੇ ਜ਼ੁਲਮ ਜਿਹੜੇ ਹੋ ਰਹੇ ਸਨ, ਉਹਨਾਂ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਉਹਨਾਂ ਦੇ ਦੁੱਖਾਂ ਦੇ ਉੱਤੇ ਆਪਣੇ ਤਨ ਦੀ ਚਾਦਰ ਪਾ ਦਿੱਤੀ ਸੀ, ਜਿਹਨੂੰ ਬਾਅਦ ਵਿੱਚ ਹਿੰਦ ਦੀ ਚਾਦਰ ਆਖਿਆ ਗਿਆ। ਤਿਆਗਮੱਲ ਜੀ ਕੇਵਲ ਨਾਮ ਦੇ ਤਿਆਗਮੱਲ ਨਹੀਂ, ਉਹਨਾਂ ਦੇ ਜੀਵਨ ਵਿੱਚ ਤਿਆਗ ਕਿਸ ਤਰ੍ਹਾਂ ਹੈ, ਹੋਰ ਅੱਗੇ ਆਪਾਂ ਜੀਵਨ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਹੈ। 13 ਸਾਲ ਦੇ ਹੋਏ ਤੇ ਕਰਤਾਰਪੁਰ ਵਿੱਚ ਰਹਿੰਦੇ ਇੱਕ ਪਰਿਵਾਰ ਜਿਹੜਾ ਕਿ ਗੁਰੂ ਘਰ ਨਾਲ ਬੜੀ ਨੇੜਤਾ ਰੱਖਦਾ ਸੀ, ਉਹ ਪਰਿਵਾਰ ਆਇਆ। ਸ਼੍ਰੀ ਲਾਲ ਚੰਦ ਜੀ ਨੇ ਆ ਕੇ ਜਦੋਂ ਦੀਦਾਰ ਕੀਤੇ, ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਆਖਿਆ ਵੀ ਮੇਰੀ ਬੱਚੀ ਵੱਲ ਤੁਸੀਂ ਆਪਣੇ ਪੁੱਤਰ ਦਾ ਵਿਆਹ ਕਰ ਦਿਓ। 13 ਸਾਲ ਦੀ ਉਮਰ ਵਿੱਚ ਵਿਆਹ ਕਾਰਜ ਹੋਇਆ। ਜਦੋਂ ਵਿਆਹ ਕਾਰਜ ਵਿੱਚ ਸਾਰੇ ਸ਼ਾਮਲ ਹੋਏ ਤੇ ਗੁਰੂ ਪਿਆਰ ਵਾਲਿਓ, ਉਸ ਸਮੇਂ ਪੈਂਦੇ ਖਾਂ ਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ, ਜੰਗ ਬੜਾ ਘਮਾਸਾਨ ਹੋਇਆ। ਜਿਹਨੂੰ ਤਿਆਗਮੱਲ ਕਹਿੰਦੇ ਸਨ, ਜਿਹਨੂੰ ਕੇਵਲ ਵੈਰਾਗੀ ਬਿਰਤੀ ਦੇ ਸੁਭਾਅ ਵਾਲਾ ਸਮਝਦੇ ਸਨ, ਜਿਹੜਾ ਬਾਲਕ ਕਿਸੇ ਨਾਲ ਬਹੁਤਾ ਬੋਲਦਾ ਨਹੀਂ ਸੀ, ਕਿਸੇ ਕੋਲ ਬਹੁਤਾ ਬੈਠਦਾ ਨਹੀਂ ਸੀ, ਆਪਣੀ ਮਸਤੀ ਮੌਜ ਵਿੱਚ ਰਹਿੰਦਾ ਸੀ, ਮਾਲਕ ਨਾਲ ਜੁੜਿਆ ਰਹਿੰਦਾ ਸੀ, ਅੱਜ ਉਹ ਬਾਲਕ ਮੈਦਾਨੇ ਜੰਗ ਵਿੱਚ ਤੇਗ ਚੁੱਕ ਕੇ ਤੇ ਦੁਸ਼ਮਣਾਂ ਦੇ ਨਾਲ ਲੜਦਾ ਸੀ ਪਿਆ। ਤੇ ਗੁਜ਼ਰੀ ਜੀ ਉੱਚੀ ਥਾਂ ਤੇ ਬੈਠ ਕੇ ਆਪਣੇ ਪਤੀ ਨੂੰ, ਅਜੇ ਵਿਆਹ ਨੂੰ ਕੁਝ ਦਿਨ ਹੋਏ ਨੇ,
ਤੇ ਉੱਚੀ ਥਾਂ ਤੇ ਖੜੇ ਹੋ ਕੇ ਆਪਣੇ ਪਤੀ ਨੂੰ ਮੈਦਾਨੇ ਜੰਗ ਵਿੱਚ ਤੇਗ ਵਾਹੁੰਦੇ ਨੂੰ ਵੇਖ ਰਹੇ ਨੇ। ਤੇ ਜਦੋਂ ਤੇਗ ਦੇ ਜ਼ੋਹਰ ਵਿਖਾਏ, ਜੰਗ ਦੀ ਸਮਾਪਤੀ, ਜੰਗ ਜਿੱਤ ਲਿਆ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉੱਥੇ ਫਿਰ ਇੱਕ ਖਿਤਾਬ ਦਿੱਤਾ। ਕਹਿਣ ਲੱਗੇ ਤੁਸੀਂ ਤਿਆਗ ਮੱਲ ਨਹੀਂ, ਤੁਸੀਂ ਤੇਗ ਦੇ ਧਨੀ ਤੇਗ ਬਹਾਦਰ ਹੋ। ਤੇਗ ਬਹਾਦਰੀ ਦਾ ਖਿਤਾਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦਿੱਤਾ ਸੀ। ਉਸ ਦਿਨ ਤੋਂ ਨਾਮ ਪੈ ਗਿਆ ਤੇਗ ਬਹਾਦਰ। ਹੁਣ ਵੇਖੋ ਤਿਆਗ ਵਾਲੀ ਭਾਵਨਾ ਹੋਰ। ਸੰਨ 1644 ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਨੇ, ਪਰ ਉਸ ਤੋਂ ਪਹਿਲਾਂ ਗੁਰਗੱਦੀ ਦੀ ਦਾਤ ਦੇਣੀ। ਗੁਰਗੱਦੀ ਦੀ ਦਾਤ ਕਿਹਨੂੰ ਦਿੱਤੀ? ਸ਼੍ਰੀ ਗੁਰੂ ਹਰਿਰਾਏ ਮਹਾਰਾਜ ਜੀ ਨੂੰ। ਤੇ ਸ਼੍ਰੀ ਗੁਰੂ ਹਰਿਰਾਏ ਮਹਾਰਾਜ ਜੀ ਕੌਣ ਨੇ? ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ। ਰਿਸ਼ਤੇ ਵਿੱਚ ਕੀ ਲੱਗਦੇ ਨੇ? ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭਤੀਜੇ। ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਮਰ ਵਿੱਚ 9 ਸਾਲ ਵੱਡੇ ਨਹੀਂ, ਬਲਕਿ ਉਹਨਾਂ ਦਾ ਜੀਵਨ ਕਰਤਾਰ, ਉਹਨਾਂ ਦੀ ਸੋਚ, ਉਹਨਾਂ ਦੀ ਵਿਚਾਰ ਵੀ ਜਿਹੜੀ ਹੈ ਉਹ ਬਹੁਤ ਹੀ ਉੱਚੀ ਹੈ। ਪਰ ਜਦੋਂ ਸ਼੍ਰੀ ਗੁਰੂ ਹਰਿਰਾਏ ਮਹਾਰਾਜ ਜੀ ਨੂੰ ਗੁਰਗੱਦੀ ਲੱਗੇ ਦੇਣ, ਇੱਕ ਵਾਰ ਵੀ ਉਹਨਾਂ ਨੇ ਇਹ ਨਹੀਂ ਆਖਿਆ ਵੀ ਮੈਂ ਵੱਡਾ ਘਰ ਦੇ ਵਿੱਚ, ਕਿਉਂਕਿ ਮੈਂ ਗੁਰੂ ਪੁੱਤਰ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ, ਇਹ ਮੇਰਾ ਭਤੀਜਾ ਹੈ, ਫਿਰ 9 ਸਾਲ ਮੈਂ ਵੱਡਾ, ਤੇ ਗੁਰਗੱਦੀ ਮੈਨੂੰ ਕਿਉਂ ਨਹੀਂ ਦਿੰਦੇ, ਭਤੀਜੇ ਨੂੰ ਕਿਉਂ ਦੇ ਰਹੇ ਹੋ? ਪਰ ਵਾਕਈ ਹਿਰਦੇ ਵਿੱਚ ਤਿਆਗ ਵਾਲੀ ਭਾਵਨਾ ਸੀ, ਸੰਤੋਖ ਸਬਰ ਵਾਲੀ ਭਾਵਨਾ ਸੀ। ਇਸ ਕਰਕੇ ਇੱਕ ਵਾਰ ਵੀ ਨਹੀਂ ਆਖਿਆ ਵੀ ਗੱਦੀ ਮੈਨੂੰ ਦਿਓ, ਬਲਕਿ ਆਪਣੇ ਭਤੀਜੇ ਨੂੰ ਮੱਥਾ ਟੇਕ ਦਿੱਤਾ, ਪਰਿਕਰਮਾ ਕੀਤੀ, ਤੇ ਨਾਲ ਬਚਨ ਕੀਤਾ ਪਿਤਾ ਗੁਰੂ ਅੱਗੇ ਜਾ ਕੇ ਵੀ ਸਤਿਗੁਰੂ ਮੇਰੇ ਲਈ ਕੀ ਹੁਕਮ ਹੈ। ਉਸ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਬਕਾਲੇ ਦੀ ਧਰਤੀ ਤੇ ਜਾਓ। ਪਰਿਵਾਰ ਨੂੰ ਲੈ ਕੇ ਬਕਾਲੇ ਦੀ ਧਰਤੀ ਤੇ ਗਏ। 20 ਸਾਲ ਲੰਮਾ ਸਮਾਂ, ਸੰਨ 1644 ਤੋਂ ਲੈ ਕੇ ਸੰਨ 1664 ਤੱਕ, ਕਿਉਂਕਿ ਗੁਰੂ ਹਰਿਰਾਏ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਮਹਾਰਾਜ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਰਹੇ ਨੇ। 20 ਸਾਲ ਦਾ ਲੰਮਾ ਸਮਾਂ, ਉਸ 20 ਸਾਲ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਜਿਵੇਂ ਬਾਬੇ ਨਾਨਕ ਨੇ ਆਖਿਆ ਸੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਨਾ, ਘਰ ਘਰ ਅੰਦਰ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੱਚ ਹੱਕ ਦੀ ਗੱਲ ਲੋਕਾਂ ਨੂੰ ਸਿਖਾਈ ਸੀ, ਬਾਣੀ ਨਾਲ ਜੋੜਿਆ ਸੀ, ਗੁਰਮਤਿ ਦਾ ਪ੍ਰਚਾਰ ਕੀਤਾ, ਔਰ ਬੜੀ ਵੱਡੀ ਘਾਲਣਾ ਕੀਤੀ, ਲੰਮੇ ਲੰਮੇ ਪ੍ਰਚਾਰਕ ਦੌਰੇ ਕੀਤੇ। ਹੁਣ 20 ਸਾਲ ਦੀ ਘਾਲਣਾ ਸੀ ਤੇ ਸੱਚ ਜਾਣਨਾ। ਜਿਸ ਕਾਰਜ ਵਾਸਤੇ ਇਹ ਤਿਆਰੀ ਕਰਨੀ ਸੀ ਉਸ ਵਾਸਤੇ ਸਮਾਂ ਵੀ ਚਾਹੀਦਾ ਸੀ, ਕਿਉਂਕਿ ਜੇ ਚਾਂਦਨੀ ਚੌਂਕ ਵਿੱਚ ਆਪਣਾ ਆਪਾ ਜਾ ਕੇ ਕੁਰਬਾਨ ਕਰਨਾ ਹੈ ਨਾ, ਤੇ ਕੋਈ ਸੌਖਾ ਨਹੀਂ ਹੈ। ਕਹਿ ਦੇਣਾ ਮੈਂ ਤੁਹਾਨੂੰ ਕਹਿ ਦਿੱਤਾ ਤੁਸੀਂ ਸੁਣ ਲਿਆ, ਪਰ ਵਾਕਈ ਆਪਣਾ ਕੁਰਬਾਨ ਕਰਨਾ ਸੌਖਾ ਨਹੀਂ ਹੁੰਦਾ। ਹੁਣ ਉਹਦੇ ਵਾਸਤੇ ਇੱਕ ਤਿਆਰੀ ਕਰਨੀ ਸੀ ਤੇ ਬੜੀ ਲੰਮੀ ਤਿਆਰੀ ਕਰਨੀ ਪਈ। 20 ਸਾਲ ਦਾ ਲੰਮਾ ਸਮਾਂ ਲੱਗਿਆ। ਕਹਿਣ ਲੱਗੇ ਜਦੋਂ ਇਹ ਸਰੀਰ ਤੇ ਆਪਾਂ ਕੱਪੜਾ ਪਾਉਂਦੇ ਆ ਨਾ, ਤੇ ਇਸ ਕੱਪੜੇ ਨੂੰ ਤਨ ਢੱਕਣ ਵਾਸਤੇ ਜਦੋਂ ਆਪਾਂ ਪਾਉਂਦੇ ਆ, ਤੇ ਇਸ ਕੱਪੜੇ ਦੇ ਪਿੱਛੇ ਇਹਦਾ ਇਤਿਹਾਸ ਬੜਾ ਲੰਮਾ ਹੈ। ਇਹ ਕੱਪੜਾ ਇੱਕ ਦਿਨ 'ਚ ਤਿਆਰ ਨਹੀਂ ਹੋ ਜਾਂਦਾ। ਇਹਨੂੰ ਖਰੇ ਕਿੰਨੇ ਕੁ ਦੌਰ ਜਿਹੜੇ ਨੇ ਉਹ ਉਹਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਸਭ ਤੋਂ ਪਹਿਲਾਂ ਮਿੱਟੀ ਦੇ ਵਿੱਚ, ਕਹਿਣ ਲੱਗੇ ਜਿਹੜੀ ਕਪਾਹ ਹੁੰਦੀ ਹੈ, ਇਹਨਾਂ ਦੇ ਬੀਜ ਹੁੰਦੇ ਨੇ, ਵੜੇਵੇਂ ਆਖਿਆ ਜਾਂਦਾ, ਉਹਨੂੰ ਧਰਤੀ ਵਿੱਚ ਬੀਜਿਆ ਜਾਂਦਾ ਹੈ। ਧਰਤੀ ਵਿੱਚ ਬੀਜਣ ਤੋਂ ਬਾਅਦ ਫਿਰ ਇਹ ਬੀਜ ਉੱਗਦੇ ਨੇ, ਬੂਟੇ ਵੱਡੇ ਹੁੰਦੇ ਨੇ, ਫਿਰ ਇਹਨਾਂ ਨੂੰ ਟੀਂਡੇ ਲੱਗਦੇ ਨੇ, ਫਿਰ ਜਿਹੜੀਆਂ ਮਾਲਣਾ ਹੁੰਦੀਆਂ ਨੇ ਉਹ ਇਹਦੇ ਵਿੱਚੋਂ ਰੂੰ ਵੱਖ ਕਰਦੀਆਂ ਨੇ, ਕਪਾਹ ਜਿਹੜੀ ਹੈ ਵੱਖ ਕੀਤੀ ਜਾਂਦੀ ਹੈ। ਫਿਰ ਉਹਨੂੰ ਅੱਗੇ ਲਿਜਾਇਆ ਜਾਂਦਾ ਹੈ, ਲਿਜਾ ਕੇ ਉਹਨੂੰ ਕੱਤਿਆ ਜਾਂਦਾ ਹੈ। ਕਿੰਨੀ ਵੱਡੀ ਪ੍ਰਕਿਰਿਆ ਹੈ ਉਹਨੂੰ ਕੱਤਣਾ, ਫਿਰ ਉਹਨੂੰ ਬੁਣਨਾ। ਜੁਲਾਹਾ ਖੱਡੀ 'ਤੇ ਬੁਣਦਾ ਹੈ, ਕੱਪੜਾ ਤਿਆਰ ਕਰਦਾ ਹੈ, ਫਿਰ ਉਸ ਕੱਪੜੇ ਨੂੰ ਉਬਾਲਿਆ ਜਾਂਦਾ ਹੈ, ਫਿਰ ਰੰਗਿਆ ਜਾਂਦਾ ਹੈ, ਫਿਰ ਦਰਜੀ ਟੇਲਰ ਕੋਲ ਜਾਂਦਾ ਹੈ, ਕੱਟਿਆ ਜਾਂਦਾ ਹੈ, ਫਿਰ ਉਹ ਸੀਪ ਕੇ ਤਿਆਰ ਹੁੰਦਾ ਹੈ, ਬਾਜ਼ਾਰ ਵਿੱਚ ਆਉਂਦਾ ਹੈ, ਤੇ ਫਿਰ ਉਹਨੂੰ ਪਾਉਂਦਾ ਹੈ। ਜੇ ਇੱਕ ਸਰੀਰ ਨੂੰ ਕੱਜਣ ਵਾਲਾ ਕੱਪੜਾ ਜਿਹੜਾ ਹੈ
ਉਹਨੂੰ ਇੰਨੇ ਲੰਮੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਏ। ਤੇ ਜਿਸ ਨੇ ਇਸ ਦੇਸ਼ ਵਾਸਤੇ, ਇਸ ਦੁਨੀਆ ਵਾਸਤੇ ਆਪਣਾ ਆਪਾ ਕੁਰਬਾਨ ਕਰਨਾ ਸੀ, ਜਿਹਨੇ ਹਿੰਦ ਦੀ ਚਾਦਰ ਬਣਨਾ ਸੀ, ਫਿਰ ਉਸ ਹਿੰਦ ਦੀ ਚਾਦਰ ਬਣਨ ਵਾਸਤੇ ਉਹਨੂੰ ਕਿੰਨਾ ਸੰਘਰਸ਼ ਤੇ ਕਿੰਨੀ ਮਿਹਨਤ ਦੀ ਲੋੜ ਸੀ। 20 ਸਾਲ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਬਕਾਲੇ ਦੀ ਧਰਤੀ ਤੇ ਲਾਏ। ਅੱਜ ਸਮਾਂ ਆਇਆ, ਇੱਕ ਸਿੱਖ ਦਿੱਲੀ ਦੀ ਧਰਤੀ ਤੋਂ ਚੱਲ ਕੇ ਆਇਆ। ਜਦੋਂ ਦਿੱਲੀੋਂ ਚੱਲ ਕੇ ਆਇਆ, ਉਹਨੇ ਕਦੀ ਅਰਦਾਸ ਕੀਤੀ ਸੀ, ਹਾਲਾਂਕਿ ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਬਾਬਾ ਮੱਖਣ ਸ਼ਾਲੂਵਾਣਾ ਜੀ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਜਹਾਜ਼ਾਂ ਦਾ ਵਪਾਰ ਸੀ, ਲੂਣ ਦਾ ਕਾਰੋਬਾਰ ਸੀ, ਇਸ ਕਰਕੇ ਲੁਬਾਣਾ ਪੈ ਗਿਆ ਨਾਮ। ਲੂਣ ਦਾ ਕਾਰੋਬਾਰ ਸੀ, ਵੱਡੇ ਵੱਡੇ ਜਹਾਜ਼ ਜਾਂਦੇ ਸਨ, ਹੁੰਦੇ ਬੇੜੇ ਜਾਇਆ ਕਰਦੇ ਸਨ। ਇੱਕ ਦਿਨ ਕੀ ਹੋਇਆ, ਹਾਲਾਂਕਿ ਗੁਰੂ ਦਾ ਹੁਕਮ ਹੈ ਵੀ ਕੋਈ ਵੀ ਕਾਰਜ ਕਰਨਾ ਪਹਿਲਾਂ ਅਰਦਾਸ ਜ਼ਰੂਰੀ ਹੈ। ਕੀਤਾ ਲੋਹੜੀ ਹੈ, ਕੰਮ 100 ਰੁਪਏ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਗੁਰੂ ਦਾ ਹੁਕਮ ਹੈ ਅਰਦਾਸ ਕਰਕੇ ਕਾਰਜ ਆਰੰਭ ਕਰਨਾ। ਉਹ ਜਦੋਂ ਵੀ ਆਪਣੇ ਬੇੜੇ ਜਹਾਜ਼ ਲੈ ਕੇ ਤੁਰਦਾ ਸੀ, ਅਰਦਾਸ ਕਰਿਆ ਕਰਦਾ ਸੀ। ਕੀ ਹੋਇਆ, ਇੱਕ ਦਿਨ ਵੱਡੇ ਤੂਫਾਨ ਵਿੱਚ, ਸਮੁੰਦਰ ਵਿੱਚ ਤੂਫਾਨ ਆਉਂਦੇ, ਤੂਫਾਨ ਆਇਆ ਤੇ ਉਹਦਾ ਜਹਾਜ਼ ਫਸ ਗਿਆ। ਹੁਣ ਉਹਨੇ ਅਰਦਾਸ ਕੀਤੀ ਫਿਰ ਗੁਰੂ ਅੱਗੇ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਅਰਦਾਸ ਕੀਤੀ। ਹੁਣ ਅਰਦਾਸ ਪ੍ਰਵਾਨ ਹੋ ਗਈ ਤੇ ਬੇੜਾ ਕਿਨਾਰੇ ਲੱਗ ਗਿਆ। ਹੁਣ ਉਹ ਸਿੱਖ ਦਸਵੰਧ ਲੈ ਕੇ ਤੇ ਨਾਲੇ ਸ਼ੁਕਰਾਨਾ ਕਰਨ ਵਾਸਤੇ ਗੁਰੂ ਦੇ ਦਰ ਤੇ ਆਇਆ। ਉਸ ਸਮੇਂ ਗੁਰਗੱਦੀ ਤੇ ਵਿਰਾਜਮਾਨ ਗੁਰੂ ਹਰਕ੍ਰਿਸ਼ਨ ਮਹਾਰਾਜ ਤੋਂ ਦਿੱਲੀ ਆਇਆ। ਇੱਧਰੋਂ ਦਿੱਲੀ ਆਇਆ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੋਤੀ ਜੋਤ ਸਮਾ ਗਏ। ਪਰ ਜਾਂਦੇ ਇੱਕ ਬਚਨ ਕਹਿ ਦਿੱਤਾ, ਬਾਬਾ ਬਸੇ ਜੇ ਗ੍ਰਾਮ ਬਸਾਲੇ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਕਿ ਬਾਬਾ ਵਸਦਾ ਏ ਬਕਾਲੇ ਦੀ ਧਰਤੀ ਤੇ, ਭਾਵ ਅਗਲੀ ਜਿਹੜੀ ਗੁਰੂ ਜੋਤ ਹੈ ਬਕਾਲੇ ਦੀ ਧਰਤੀ ਤੇ। ਹੁਣ ਉਹਨਾਂ ਸਮਿਆਂ ਵਿੱਚ ਪੈਦਲ ਯਾਤਰਾ ਕਰਦੇ ਸਨ ਲੋਕ, ਜਾਂ ਘੋੜੇ ਹਾਥੀਆਂ ਤੇ ਰੱਥਾਂ ਤੇ ਕਰਦੇ ਸਨ, ਅੱਜ ਵਰਗੇ ਸਾਧਨ ਨਹੀਂ ਸਨ। ਦਿੱਲੀ ਤੋਂ ਜਾਂਦਿਆਂ ਬਕਾਲੇ ਤੱਕ ਬੜਾ ਸਮਾਂ ਲੱਗ ਗਿਆ। ਪਹੁੰਚੇ, ਕੀ ਵੇਖਦੇ ਨੇ, ਆ ਹੁਣ ਵੀ ਕਈ ਵਾਰੀ ਤੁਸੀਂ ਜਾਓ ਨਾ ਕਿਤੇ ਕੱਪੜੇ ਦੀ ਮਾਰਕੀਟ ਵਿੱਚ, ਤੇ ਉਹਨਾਂ ਬਾਹਰ ਨਾ ਏਜੰਟ ਬਿਠਾਏ ਹੁੰਦੇ ਨੇ, ਉਹ ਬਾਹਰੋਂ ਹੀ ਆਵਾਜ਼ਾਂ ਮਾਰਦੇ ਨੇ ਵੀ ਆ ਸਾਡੀ ਦੁਕਾਨ 'ਤੇ ਬੜਾ ਵਧੀਆ ਕੱਪੜਾ ਹੈ, ਸਸਤਾ ਕੱਪੜਾ ਹੈ। ਉਹ ਪਹਿਲਾਂ ਹੀ ਬਾਹਰੋਂ ਹੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਹੀ ਉਹ 22 ਮੰਜੀਆਂ ਐਸੇ ਵਿਛਾ ਕੇ ਨਾ ਸੋਢੀ ਗੁਰੂ ਬਣ ਕੇ, ਤੇ ਉਹ ਇਸ ਤਰ੍ਹਾਂ ਬੈਠੇ ਹੋਏ 22 ਮੰਜੀਆਂ ਲਾਈਆਂ। ਉਹ ਕੋਈ ਆਖੇ ਮੈਂ ਗੁਰੂ ਹਾਂ, ਕੋਈ ਆਖੇ ਮੈਂ ਗੁਰੂ ਹਾਂ। ਅੱਗੇ ਉਹਨਾਂ ਦੇ ਚੇਲੇ ਕਹਿਣ ਵੀ ਆ ਅਸਲ ਗੁਰੂ ਆ ਏ। ਹੁਣ 22 ਸਨ, ਕਿਹੜਾ ਪਛਾਣ ਚਾਵੇ। ਹੁਣ 22 ਦੀ ਪਛਾਣ ਕਰਨੀ ਬੜੀ ਔਖੀ ਸੀ। ਹੁਣ ਬਾਬਾ ਮੱਖਣ ਸ਼ਾਹ ਜੀ ਪਹਿਲਾਂ ਵੀ ਦਸਵੰਧ ਲੈ ਕੇ ਆਉਂਦੇ ਸੀ। ਗੁਰੂ ਨੂੰ ਤਾਂ ਪਤਾ ਹੈ ਵੀ ਦਸਵੰਧ ਕਿੰਨਾ ਆਉਂਦਾ ਹੈ, ਉਹਨਾਂ ਨੂੰ ਕੀ ਪਤਾ ਜਿਹੜੇ ਬਾਹਰੋਂ ਆ ਕੇ ਗੁਰੂ ਬਣ ਕੇ ਸਨ। ਗੁਰੂ ਸਾਹਿਬ ਨੂੰ ਤਾਂ ਪਤਾ ਹੈ ਨਾ। ਹੁਣ ਕੋਈ ਮਨੁੱਖ ਰੋਜ਼ ਗੁਰੂ ਘਰ ਵਿੱਚ ਆ ਕੇ ਅਗਰ ਕੋਈ ਸੇਵਾ ਕਰਦਾ ਹੈ ਤੇ ਉੱਥੇ ਰਹਿਣ ਵਾਲੇ ਨੂੰ ਤਾਂ ਪਤਾ ਹੈ, ਪਰ ਜੇ ਕੋਈ ਬਾਹਰੋਂ ਕੋਈ ਨਵਾਂ ਮਨੁੱਖ ਆਇਆ ਉਹਨੂੰ ਇਸ ਬਾਰੇ ਨਹੀਂ ਪਤਾ। ਗੁਰੂ ਪਾਤਸ਼ਾਹ ਜੀ ਨੂੰ ਤਾਂ ਪਤਾ ਸੀ ਵੀ ਕਿੰਨਾ ਦਸਵੰਧ ਅੱਗੇ ਆਉਂਦਾ। ਹੁਣ ਉਹ ਜਦੋਂ ਆਇਆ ਉਹਨੇ ਵੇਖਿਆ ਵੀ ਇਹ ਤਾਂ ਨਵੇਂ ਗੁਰੂ ਨੇ, ਕੁਝ ਅੱਗੇ ਧਨ ਉਹਨਾਂ ਦੇ ਰੱਖਿਆ, ਤੇ ਉਹ ਅੱਗੋਂ ਆਖਣ ਤੇਰਾ ਕਾਰੋਬਾਰ ਵਧੇ, ਤੈਨੂੰ ਸੁੱਖ ਸ਼ਾਂਤੀ ਮਿਲੇ, ਤੇਰੇ ਬੱਚੇ ਵਧੇ ਫੁੱਲਣ, ਇਹੋ ਜਿਹੀਆਂ ਸੀਸਾਂ ਦੇਣ। ਪਰ ਨਾਲ ਹੀ ਸਮਝ ਗਏ ਬਾਬਾ ਮੱਖਣ ਸ਼ਾਲੂਵਾਣਾ ਜੀ, ਮੇਰਾ ਗੁਰੂ ਦੁਨਿਆਵੀ ਲਾਲਚ ਨਹੀਂ ਦਿੰਦਾ, ਮੇਰਾ ਗੁਰੂ ਤੇ ਮਾਲਕ ਦੇ ਨਾਮ ਦੀ ਗੱਲ ਕਰਦਾ ਹੈ। ਉਹ ਸਮਝ ਗਏ ਵੀ ਇਹਨਾਂ ਵਿੱਚ ਕੋਈ ਵੀ ਗੁਰੂ ਨਹੀਂ। ਔਰ ਦੂਜੀ ਗੱਲ, ਇਹ ਇੱਥੋਂ ਦਾ ਕੋਈ ਵਸਣ ਵਾਲਾ ਨਹੀਂ, ਕਿਉਂਕਿ ਗੁਰੂ ਨੇ ਤੇ ਹੁਕਮ ਕੀਤਾ ਵੀ ਬਕਾਲੇ ਦੀ ਧਰਤੀ ਤੇ ਬਾਬਾ ਵਸਦਾ ਏ। ਉਹਨਾਂ ਨੇ ਕਿਸੇ ਹੋਰ ਤੋਂ ਪੁੱਛਿਆ, ਉਹਨਾਂ ਆਖਿਆ ਵੀ ਗੁਰੂ ਕੁਲ ਵਿੱਚੋਂ ਕੋਈ ਹੋਰ ਇੱਥੇ ਰਹਿੰਦਾ। ਉਹ ਕਹਿਣ ਲੱਗੇ ਹਾਂ। ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ। ਗੁਰੂ ਸ਼ਬਦ ਮੈਂ ਵਰਤ ਰਿਹਾ, ਤੇਗ ਬਹਾਦਰ ਸ਼ਬਦ ਉਹਨਾਂ ਵਰਤਿਆ ਹੋਣਾ। ਜਦੋਂ ਉਹ ਗਏ ਅੰਦਰ ਜਾ ਕੇ ਦੀਦਾਰ ਕੀਤੇ, ਮਾਤਾ ਗੁਜਰ ਕੌਰ ਜੀ ਨੇ, ਮਾਤਾ ਗੁਜਰੀ ਜੀ ਨੇ ਦਰਵਾਜ਼ਾ ਖੋਲ੍ਹਿਆ। ਬਾਬਾ ਮੱਖਣ ਸ਼ਾਹ ਜੀ ਪਰਿਵਾਰ ਸਮੇਤ ਗਏ, ਅੰਦਰ ਬੈਠੇ ਸਨ। ਵੇਖੋ ਜਿਹੜਾ ਗੁਰੂ ਹੈ ਉਹਦੇ ਅੰਦਰ ਕਿੰਨੀ ਨਿਮਰਤਾ, ਕਿੰਨੀ ਹਲੀਮੀ ਹੈ। ਕੋਈ ਲਾਲਚ ਨਹੀਂ ਵੀ ਮੈਨੂੰ ਲੋਕ ਗੁਰੂ ਕਹਿਣ ਤੇ ਮੈਂ ਵੀ ਜਾ ਕੇ ਬਾਈਆਂ ਦੇ ਨਾਲ ਤੇ ਵੀ ਮੈਂ ਵੀ ਮੰਜੀ ਡਾਹ ਲਵਾਂ ਵੀ ਅਸਲ ਗੁਰੂ ਤੇ ਮੈਂ ਵਾਂ। ਪਰ ਨਹੀਂ, ਉਹ ਅੰਦਰ ਬੈਠੇ। ਜਦੋਂ ਉਹਨਾਂ ਦੇ ਦੀਦਾਰ ਕੀਤੇ ਤੇ ਉਸ ਸਮੇਂ ਮੱਥਾ ਟੇਕ ਦਿੱਤਾ। ਬਾਬਾ ਮੱਖਣ ਸ਼ਾਲੂਵਾਣਾ ਜੀ ਉੱਚੀ ਚੜ੍ਹ ਗਏ,
आवाज़ मार के आख्या गुरु लादो रे, गुरु लादो। वो भाई गुरसिखो गुरु लभ गया, असल गुरु इत्थे बैठा, वो नकली गुरु ने। पर कमाल की गल है, अज साडे सामने वेखो किन्ने नकली गुरु फिरदे ने। असली गुरु नूं छड्ड के आपां नकली गुरुआं कोल जाके जंतरियां पुछदे आं, जाके जोतशियां कोल मत्थे टेकदे आं, किते धागे बनवाउने आं, किते कुछ बनवाउने आं। पर सानू गुरु ग्रंथ साहिब ते भरोसा नहीं। सानू असल गुरु नाल जोड़ के गए गुरु पातशाह, उस गुरु की बाणी पढ़ते हैं जिन्हें अपना आपा कुर्बान कर दिता। पर हद है, असी जोशी ते पंडितां को जाके धक्के खाने, उन्होंने पुछदे हैं साडा भविख दसो, जिन्होंने अपना अजे भविख नहीं पता भी साडे नाल की होना है। सो गुरु प्यार वालिओ, गुरु तेग बहादुर महाराज पातशाह जी जदों लोकां नूं पता लग गया भी असल गुरु ये वे, उस दिन तो बाद गुरु तेग बहादुर महाराज सच्चे पातशाह जी ने फिर बाणी दा सच दा किवें प्रचार किया, किवें जड़ी लोक मुर्दा हो चुकी सी, जड़ी गुलाम लुकाई हो चुकी सी, उन्हां नूं किवें जगाया, किवें हलूणा भरिया, किवें उन्हां दी बाणी सानूं जगाउंदी है। ये सारी विचार आपां अगले 2 दीवान होर ने उन्हां विच विचार साझी करांगे। महाराज किरपा करन, सानूं अपने चरनां नाल जोड़ के रखण। ये गुण आपां गुरु कोलों अज जरूर सीख के जाइए। किहड़ा? देण वाली भावना जरूर रखिए, त्याग वाली भावना जरूर रखिए। जे गुरु पातशाह जी का पुरब मना रहे हैं, केवल ये नहीं भी बस आउण दिओ जावे कुछ ना, नहीं प्यारिओ, गुरु सानू वंड के छकण दी जाच सिखा के गया है। बस जाच गुरु कोलों सिखीए तां ही साडा ये लोक सुखीए पर लोक सुहेले। नानक हर प्रभ आपे मेले वाली अवस्था बनेगी। विचारां करदे आं बेअंत भुल्लां होईयां बख्श लैणीआं। वाहिगुरू जी का खालसा, वाहिगुरू जी की फतेह। सतनाम श्री वाहिगुरू साहिब जीओ।